अस्सलामुअलैकुम। 10 अप्रैल ਨੂੰ ਇੱਕ ਰਿਹਾਨ ਨਾਮੀ ਆਦਮੀ ਜਿਹਦੀ ਉਮਰ ਕੋ 35 ਸਾਲ ਹੁੰਦੀ ਆ, ਸਵੇਰ 5:30 ਵਜੇ ਉੱਠ ਕੇ ਫਜਰ ਦੀਆਂ ਸੁਨਤਾਂ ਜਿਹੜੀਆਂ ਘਰ ਪੜਦਾ। ਉਸ ਤੋਂ ਬਾਅਦ ਇੱਕ ਮਸਜਿਦ ਦਾ ਫਾਰੂਕ ਆਜ਼ਮ ਉੱਥੇ ਫਰਜ਼ ਨਮਾਜ਼ ਅਦਾ ਕਰਨ ਵਾਸਤੇ ਜਾਂਦਾ। ਜੋ ਹੀ ਮਸਜਿਦ ਦੇ ਗੇਟ ਤੇ ਪਹੁੰਚਦਾ, ਸਵੇਰ 5:30 ਵਜੇ ਦਾ ਟਾਈਮ ਹੁੰਦਾ, ਇੱਕ ਬੰਦਾ ਮੋਟਰਸਾਈਕਲ ਤੇ ਆਂਦਾ, ਆ ਕੇ ਤੇ ਉਹਨੂੰ ਗੋਲੀਆਂ ਮਾਰਦਾ ਔਰ ਮਾਰ ਕੇ ਤੇ ਫਰਾਰ ਹੋ ਜਾਂਦਾ। ਉਸ ਤੋਂ ਬਾਅਦ 15 ਤੇ ਕਾਲ ਹੋ ਜਾਂਦੀ ਹੈ, ਰੌਲਾ ਬਣ ਜਾਂਦਾ ਔਰ ਪੁਲਿਸ ਆਂਦੀ ਆ ਥਾਣਾ ਅਜਮੇਰ ਨਗਰ ਦੀ। ਉਹਨੂੰ ਚੁੱਕ ਕੇ ਜਨਾਹ ਹਸਪਤਾਲ ਪੋਸਟਮਾਰਟਮ ਵਾਸਤੇ ਲੈ ਕੇ ਜਾਇਆ ਜਾਂਦਾ। ਉਸ ਤੋਂ ਬਾਅਦ ਇੱਕ FIR ਦਰਜ ਹੁੰਦੀ ਆ 302/34 ਦੀ ਔਰ ਫਿਰ ਮੁਲਜ਼ਮ ਨੂੰ 48 ਘੰਟੇ ਦੇ ਵਿੱਚ ਗ੍ਰਿਫਤਾਰ ਕਰ ਲਿੱਤਾ ਜਾਂਦਾ। ਉਹਦੀ ਕੀ ਵਜ੍ਹਾ ਬਣੀ ਕਿ ਇੱਕ ਨਮਾਜ਼ੀ ਪਰਹੇਜ਼ੀ ਬੰਦਾ ਜਿਹੜਾ ਨਮਾਜ਼ ਅਦਾ ਕਰਨ ਵਾਸਤੇ ਜਾ ਰਿਹਾ ਔਰ ਮਾਰਨੇ ਵਾਲੇ ਦੀ ਉਹਦੇ ਨਾਲ ਕਿਹੜੀ ਐਸੀ ਦੁਸ਼ਮਣੀ ਸੀ, ਉਹ ਸਾਰੀ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਹ ਵਾਕਿਆ ਜਿਹੜਾ 10 ਅਪ੍ਰੈਲ ਨੂੰ ਪੇਸ਼ ਆਇਆ ਨਾਰਥ ਕਰਾਚੀ ਅਜਮੇਰ ਨਗਰੀ ਕਲੋਨੀ, ਉੱਥੇ ਮਸਜਿਦ ਫਾਰੂਕ ਆਜ਼ਮ ਸੀ, ਉੱਥੇ ਨਮਾਜ਼ ਪੜ੍ਹਨ ਗਿਆ ਸੀ। ਅਜਮੇਰ ਨਗਰੀ ਕਲੋਨੀ ਦੇ ਵਿੱਚ ਇੱਕ ਫੈਮਿਲੀ ਰਹਿੰਦੀ ਆ। ਉਸ ਫੈਮਿਲੀ ਦੇ ਵਿੱਚ ਇੱਕ ਔਰਤ ਦਾ ਨਾਮ ਆ ਫਾਤਮਾ ਦੇ 2 ਬੱਚੇ, ਜਿਹਦੇ ਵਿੱਚ ਇੱਕ ਬੇਟਾ ਜਬਰਾਨ ਜਿਹਦੀ ਉਮਰ 19 ਸਾਲ, ਇੱਕ ਬੇਟੀ ਜਿਹਦਾ ਨਾਮ ਸਦਫ ਜਿਹਦੀ ਉਮਰ 21 ਸਾਲ। ਹੁਣ ਜਿਸ ਵੇਲੇ ਸਦਫ ਜਵਾਨ ਹੋਈ, ਇਹਦੀ ਵਾਲਦਾ ਨੇ ਕਿਹਾ ਕਿ ਸਦਫ ਦੀ ਸ਼ਾਦੀ ਕਰ ਦੇਣੀ ਚਾਹੀਦੀ ਆ। ਸਦਫ ਦਾ ਜਿਹੜਾ ਭਰਾ ਸੀ ਜਬਰਾਨ, ਉਹਦਾ ਇੱਕ ਦੋਸਤ ਸੀ ਫੈਸਲ, ਉਹ ਇਹਨਾਂ ਦੇ ਘਰ ਆਂਦਾ ਜਾਂਦਾ ਸੀ ਤੇ ਸਦਫ ਦੀ ਉਸ ਫੈਸਲ ਦੇ ਨਾਲ ਸੈਟਿੰਗ ਹੋ ਜਾਂਦੀ ਆ। ਆਸਤਾ ਇਹ ਦੋਨੋਂ ਕਹਿੰਦੇ ਨੇ ਹੁਣ ਆਪਾਂ ਸ਼ਾਦੀ ਕਰ ਲਈਏ। ਸਦਫ ਔਰ ਫੈਸਲ ਦੀ ਸ਼ਾਦੀ ਹੋ ਜਾਂਦੀ ਆ। ਉਸ ਤੋਂ ਬਾਅਦ ਇਹ ਸ਼ਾਦੀ ਜਿਹੜੀ ਆ 6 ਸਾਲ ਰਹਿੰਦੀ ਆ। ਫੈਸਲ ਜਿਹੜਾ ਸੀ ਇਹ ਨਸ਼ੇ ਦਾ ਆਦੀ ਸੀ, ਸ਼ਰਾਬ ਔਰ ਆਇਸ ਪੀਂਦਾ ਸੀ, ਜਿਹਦੀ ਵਜ੍ਹਾ ਦੇ ਨਾਲ ਇਹਨਾਂ ਦੇ ਘਰ ਆਏ ਰੋਜ਼ ਲੜਾਈ ਝਗੜਾ ਰਹਿੰਦਾ ਸੀ। ਅੱਲਾਹ ਤਾਲਾ ਨੇ ਇਹਨੂੰ ਇੱਕ ਬੇਟਾ ਵੀ ਦਿੱਤਾ। ਉਸ ਤੋਂ ਬਾਅਦ ਇਹ ਲੜਾਈ ਝਗੜੇ ਨੇ ਵੱਧ ਗਏ ਕਿ ਸਦਫ ਜਿਹੜੀ ਆ ਆਪਣੇ ਬੇਟੇ ਨੂੰ ਚੁੱਕਦੀ ਆ, ਆਪਣੀ ਵਾਲਦਾ ਦੇ ਘਰ ਫਾਤਮਾ ਕੋਲ ਆ ਜਾਂਦੀ ਆ। ਇਹ ਸ਼ਾਦੀ 6 ਸਾਲ ਰਹਿੰਦੀ ਆ। ਉਸ ਤੋਂ ਬਾਅਦ ਇਹ ਤਲਾਕ ਉਹਦੇ ਕੋਲੋਂ ਲੈ ਲੈਂਦੀ ਆ। ਹੁਣ ਫੈਸਲ ਜਿਹੜਾ ਸੀ ਇਹਨੂੰ ਤਲਾਕ ਦੇਣ ਦਾ ਤੇ ਆਪਣੇ ਵਾਲਦਾ ਦੇ ਘਰ ਰਹਿਣ ਲੱਗ ਪੈਂਦੀ ਆ। ਕੁਛ ਟਾਈਮ ਗੁਜ਼ਰਦਾ ਆ ਕਿ ਇੱਕ ਜਬਰਾਨ ਦਾ ਇੱਕ ਹੋਰ ਦੋਸਤ ਬਣ ਜਾਂਦਾ, ਜਿਹਦਾ ਨਾਮ ਹੁੰਦਾ ਸ਼ੇਜ਼ਾਨ ਜਿਹੜਾ ਇਹਨਾਂ ਦੇ ਘਰ ਆਂਦਾ ਜਾਂਦਾ ਆ। ਹੁਣ ਉਹਦੀ ਨਜ਼ਰ ਜਿਹੜੀ ਆ ਸਦਫ ਦੇ ਉੱਤੇ ਪੈ ਜਾਂਦੀ ਆ ਕਿ ਸਦਫ ਪਹਿਲਾਂ ਤਾਂ ਨਹੀਂ ਇਹਨੂੰ ਨਜ਼ਰ ਆਈ, ਕਿਉਂਕਿ ਉਹ ਸ਼ਾਦੀ ਹੋ ਕੇ 6 ਸਾਲ ਤੱਕ ਆਪਣੇ ਘਰ ਰਹੀ ਸੀ। ਤੇ ਜਿਸ ਵੇਲੇ ਨੇ ਵੇਖੀ ਕਿ ਸਦਫ ਸੋਹਣੀ ਵੀ ਆ ਤੇ ਅੱਛੀ ਆ ਤੇ ਤਲਾਕ ਯਾਫਤਾ ਆ, ਇਹਨੇ ਨਾ ਉਹਦੇ ਨਾਲ ਪਿਆਰ ਦੀਆਂ ਪੀਂਘਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ। ਸਦਫ ਦੀ ਜਿਹੜੀ ਸੈਟਿੰਗ ਆ ਹੁਣ ਸ਼ੀਜ਼ਾਨ ਦੇ ਨਾਲ ਹੋ ਜਾਂਦੀ ਆ। ਇਹ ਆਪਸ ਵਿੱਚ ਤਾਲੁਕਾਤ ਕਾਇਮ ਕਰ ਲੈਂਦੇ ਨੇ। ਹੁਣ ਸਦਫ ਜਿਹੜੀ ਆ ਸ਼ੀਜ਼ਾਨ ਨੂੰ ਕਹਿੰਦੀ ਆ ਕਿ ਤੂੰ ਇਸ ਤਰ੍ਹਾਂ ਕਰ, ਮੇਰੇ ਨਾਲ ਨਿਕਾਹ ਕਰ ਲਾ, ਸ਼ਾਦੀ ਕਰ ਲਾ। ਸ਼ੀਜ਼ਾਨ ਪਹਿਲਾਂ ਤਾਂ ਉਹਨੂੰ ਗੇੜਾ ਗੂੜਾ ਦਿੰਦਾ ਰਿਹਾ। ਸ਼ੀਜ਼ਾਨ ਕਹਿੰਦਾ ਕਿ ਮੈਂ ਤੈਨੂੰ ਪਤਾ ਤੇ ਨਾ ਸ਼ਾਦੀ ਨਹੀਂ ਕਰ ਸਕਦਾ, ਕਿਉਂਕਿ ਮੇਰੀ ਮੰਗਣੀ ਹੋਈ ਆ। ਮੈਂ ਉਧਰੋਂ ਪਹਿਲਾਂ ਮੰਗਣੀ ਤੋੜਾਂਗਾ, ਫਿਰ ਤੇ ਨਾਲ ਸ਼ਾਦੀ ਕਰਾਂਗਾ। ਸਦਫ ਕਹਿੰਦੀ ਠੀਕ ਆ, ਤੂੰ ਉਧਰੋਂ ਮੰਗਣੀ ਤੋੜ ਕੇ ਤੇ ਮੇਰੇ ਨਾਲ ਸ਼ਾਦੀ ਕਰ ਲਾ। ਕੁਛ ਟਾਈਮ ਗੁਜ਼ਰਦਾ, ਇਸੇ ਤਰ੍ਹਾਂ ਇਹਨਾਂ ਦੇ ਦਰਮਿਆਨ ਤਲਕਾਤ ਚੱਲਦੇ ਰਹਿੰਦੇ ਨੇ। ਆਖਰਕਾਰ ਇੱਕ ਦਿਨ ਸਦਫ ਸ਼ੀਜ਼ਾਨ ਨੂੰ ਕਹਿੰਦੀ ਆ ਕਿ ਤੂੰ ਜੇ ਮੇਰੇ ਨਾਲ ਸ਼ਾਦੀ ਕਰਨੀ ਆ ਦੱਸ, ਜੇ ਨਹੀਂ ਕਰਨੀ ਤਾਂ ਵੀ ਦੱਸ। ਸ਼ੀਜ਼ਾਨ ਜਿਹੜਾ ਉਹ ਹੁਣ ਇਹਨੂੰ ਗੇੜਾ ਦੇ ਦਿੰਦਾ। ਉਹ ਕਹਿੰਦਾ ਕਿ ਸਬਰ ਕਰ ਲਾ, ਉਹ ਟਾਈਮ ਗੁਜ਼ਾਰ, ਮੈਂ ਕਿਸੇ ਬਹਾਨੇ ਦੇ ਨਾਲ ਉਸ ਮੰਗਣੀ ਨੂੰ ਤੋੜਾਂਗਾ, ਫਿਰ ਤੇਰੇ ਨਾਲ ਸ਼ਾਦੀ ਕਰਾਂਗਾ। ਲੇਕਿਨ ਸਦਫ ਨੂੰ ਪਤਾ ਲੱਗ ਜਾਂਦਾ ਕਿ ਇਹ ਸਿਰਫ ਟਾਈਮ ਪਾਸ ਕਰ ਰਿਹਾ। ਸਦਫ ਆਪਣੀ ਮਾਂ ਨੂੰ ਕਹਿੰਦੀ ਆ ਕਿ ਅੰਮੀ ਕੋਈ ਚੰਗਾ ਜਿਹਾ ਰਿਸ਼ਤਾ ਦੇਖ ਕੇ ਮੇਰੀ ਸ਼ਾਦੀ ਕਰ ਦੇ। ਸਦਫ ਦੀ ਸ਼ਾਦੀ ਜਿਹੜੀ ਆ ਇੱਕ ਬਰਾਦਰੀ ਦੇ ਵਿੱਚ ਰਿਹਾਨ ਨਾਮੀ ਆਦਮੀ ਹੁੰਦਾ, ਜਿਹਦੀ ਉਮਰ 35 ਸਾਲ ਹੁੰਦੀ ਆ। ਦੂਰ ਦਾ ਕੋਈ ਰਿਸ਼ਤੇਦਾਰ ਹੁੰਦਾ। ਰਿਹਾਨ ਸਾਰਿਆਂ ਤੋਂ ਬੜਾ ਹੁੰਦਾ। ਰਿਹਾਨ ਨੇ ਸਭ ਤੋਂ ਪਹਿਲਾਂ ਆਪਣੇ ਭੈਣ ਭਰਾਵਾਂ ਦੀ ਸ਼ਾਦੀ ਕੀਤੀ, ਉਹਨਾਂ ਨੂੰ ਆਪਣੇ ਕਾਰੋਬਾਰ ਤੇ ਲਾਇਆ। ਉਸ ਤੋਂ ਬਾਅਦ ਹੁਣ ਇਹਦੀ ਉਮਰ ਰਿਹਾਨ ਦੀ ਕੋਈ 33-34 ਸਾਲ ਹੋ ਗਈ ਸੀ ਤੇ ਇਹਦੇ ਘਰ ਦੇ ਕਹਿਣ ਲੱਗੇ ਕਿ ਤੂੰ ਵੀ ਸ਼ਾਦੀ ਕਰਾ ਲਾ। ਹੁਣ ਫਾਤਮਾ ਜਿਹੜੀ ਆ ਸਦਫ ਦੀ ਮਾਂ,
ਇਹ ਇਹਨਾਂ ਦੇ ਘਰ ਜਾਂਦੀ ਆ ਤੇ ਰਿਹਾਨ ਨੂੰ ਦੇਖ ਕੇ ਪਸੰਦ ਕਰਕੇ ਤੇ ਸਦਫ ਦੀ ਜਿਹੜੀ ਸ਼ਾਦੀ ਆ ਰਿਹਾਨ ਦੇ ਨਾਲ ਕਰ ਦਿੱਤੀ ਜਾਂਦੀ ਆ। ਇਹ ਸ਼ਾਦੀ ਨਵੰਬਰ 2025 ਦੇ ਵਿੱਚ ਸਦਫ ਔਰ ਰਿਹਾਨ ਦੀ ਸ਼ਾਦੀ ਹੋ ਜਾਂਦੀ ਆ। 2 ਮਹੀਨੇ ਸਦਫ ਜਿਹੜੀ ਆ ਆਪਣੇ ਸਹੁਰਿਆਂ ਦੇ ਘਰ ਰਹਿ ਕੇ ਆਂਦੀ ਆ। ਉਸ ਤੋਂ ਬਾਅਦ ਇਹ ਵਾਪਸ ਜਿਸ ਵੇਲੇ ਆਂਦੀ ਆ ਆਪਣੀ ਮਾਂ ਨੂੰ ਮਿਲਣੇ ਵਾਸਤੇ, ਇਹਦਾ ਟਾਕਰਾ ਫਿਰ ਸ਼ਹਿਜ਼ਾਨ ਦੇ ਨਾਲ ਹੋ ਜਾਂਦਾ। ਸ਼ਹਿਜ਼ਾਨ ਜਿਹੜਾ ਕਹਿੰਦਾ ਕਿ ਸਦਫ ਤੂੰ ਬਹੁਤ ਗਲਤ ਕੀਤਾ, ਮੇਰਾ ਇੰਤਜ਼ਾਰ ਨਹੀਂ ਕੀਤਾ ਤੇ ਤੂੰ ਫਟਾਫਟ ਸ਼ਾਦੀ ਕਰ ਲਈ। ਮੈਂ ਤੈਨੂੰ ਕਿਹਾ ਸੀ ਕਿ ਮੈਂ ਮੰਗਣੀ ਤੋੜ ਦਵਾਂਗਾ, ਫਿਰ ਆਪਾਂ ਦੋਨੋਂ ਸ਼ਾਦੀ ਕਰ ਲਾਂਗੇ। ਮੈਂ ਹੁਣ ਉਧਰੋਂ ਮੰਗਣੀ ਤੋੜ ਦਿੱਤੀ ਆ, ਤੂੰ ਮੇਰੇ ਨਾਲ ਸ਼ਾਦੀ ਕਰ। ਹੁਣ ਜਦੋਂ ਇਹ ਗੱਲ ਸਦਫ ਸੁਣਦੀ ਆ ਤੇ ਉਹਨੂੰ ਪੁਰਾਣੀ ਪਿਆਰ ਦੀ ਜਿਹੜੀ ਯਾਦ ਸੀ ਫਿਰ ਦੁਬਾਰਾ ਆ ਗਈ। ਦਿਲ ਦੇ ਵਿੱਚ ਫਿਰ ਮੁਹੱਬਤ ਜਿਹੜੀ ਆ ਜਾਗ ਪਈ। ਉਸ ਤੋਂ ਬਾਅਦ ਫਿਰ ਇਹਨੇ ਸ਼ਹਿਜ਼ਾਨ ਨੂੰ ਕਿਹਾ ਕਿ ਮੈਂ ਹੁਣ ਸ਼ਾਦੀ ਕਰ ਚੁੱਕੀ ਹਾਂ, ਤੇਰੇ ਨਾਲ ਮੈਂ ਕਿਸ ਤਰ੍ਹਾਂ ਸ਼ਾਦੀ ਕਰਾਂਗੀ, ਰਿਹਾਨ ਕੋਲੋਂ ਤਲਾਕ ਲਵਾਂਗੀ। ਸ਼ਹਿਜ਼ਾਨ ਕਹਿੰਦਾ ਕਿ ਮੈਨੂੰ ਨਹੀਂ ਪਤਾ, ਤੂੰ ਉਹਦੇ ਕੋਲੋਂ ਤਲਾਕ ਲੈ ਕੇ ਤੇ ਮੇਰੇ ਨਾਲ ਸ਼ਾਦੀ ਕਰ। ਹੁਣ ਸਦਫ ਕਹਿਣ ਲੱਗੀ ਕਿ ਜਦੋਂ ਮੈਂ ਫਿਰ ਉਹਦੇ ਕੋਲੋਂ ਤਲਾਕ ਲਈ ਤੇ ਜਦੋਂ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਲੱਗਾ, ਸਾਰੇ ਰਿਸ਼ਤੇਦਾਰ ਕਹਿਣਗੇ ਕਿ ਇਹ ਲੜਕੀ ਗਲਤ ਆ, ਮੈਂ ਉਹਦੇ ਕੋਲੋਂ ਤਲਾਕ ਨਹੀਂ ਲੈ ਸਕਦੀ। ਮੈਂ ਪਹਿਲਾਂ ਫੈਸਲ ਕੋਲੋਂ ਵੀ ਤਲਾਕ ਲਈ ਆ, ਹੁਣ ਮੈਂ ਰਿਹਾਨ ਕੋਲੋਂ ਤਲਾਕ ਲੈ ਕੇ ਤੇਰੇ ਨਾਲ ਸ਼ਾਦੀ ਕਰਾਂ। ਲੋਕ ਕਹਿਣਗੇ ਇਹ ਲੜਕੀ ਹੀ ਗਲਤ ਹੈ, ਮੈਂ ਇਸ ਤਰ੍ਹਾਂ ਨਹੀਂ ਕਰ ਸਕਦੀ। ਫਿਰ ਇਹ ਦੋਨੋਂ ਪਲਾਨਿੰਗ ਬਣਾਉਂਦੇ ਨੇ। ਇਹ ਕਹਿੰਦੇ ਨੇ ਕਿ ਫਿਰ ਕੀ ਕੀਤਾ ਜਾਵੇ। ਹੁਣ ਸਦਫ ਕਹਿੰਦੀ ਹੈ ਕਿ ਮੈਂ ਤਲਾਕ ਨਹੀਂ ਲੈਣੀ, ਮੈਂ ਬਦਨਾਮ ਹੋ ਜਾਵਾਂਗੀ ਰਿਸ਼ਤੇਦਾਰਾਂ ਦੇ ਵਿੱਚ। ਆਪਾਂ ਇਹਦਾ ਤਰੀਕਾਕਾਰ ਇਹੀ ਆ ਕਿ ਰਿਹਾਨ ਨੂੰ ਰਸਤੇ ਤੋਂ ਹਟਾ ਦਿੱਤਾ ਜਾਵੇ। ਹੁਣ ਇਹ ਦੋਨੋਂ ਪਲਾਨਿੰਗ ਬਣਾਉਂਦੇ ਨੇ। ਉਸ ਤੋਂ ਬਾਅਦ ਜਿਸ ਵੇਲੇ 10 ਅਪ੍ਰੈਲ ਦਾ ਟਾਈਮ ਆਂਦਾ, ਸਵੇਰ ਦੇ ਟਾਈਮ ਇਹ ਰਿਹਾਨ ਉੱਠਦਾ, ਫਜਰ ਦੀਆਂ 2 ਸੁਨਤਾਂ ਘਰ ਪੜ੍ਹਦਾ, ਪੜ੍ਹ ਕੇ ਉਸ ਤੋਂ ਬਾਅਦ ਫਰਜ਼ ਨਮਾਜ਼ ਅਜਮੇਰ ਨਗਰੀ ਦੇ ਵਿੱਚ ਇੱਕ ਮਸਜਿਦ ਆ ਫਾਰੂਕੇ ਆਜ਼ਮ, ਉੱਥੇ ਫਜਰ ਦੀ ਨਮਾਜ਼ ਅਦਾ ਕਰਨ ਵਾਸਤੇ ਜਾਂਦਾ। ਉਧਰੋਂ ਇਹ ਉਹਨੂੰ ਫੋਨ ਕਰਕੇ ਦੱਸ ਦਿੰਦੀ ਆ ਕਿ ਇੰਨੇ ਵਜੇ ਜਾਂਦਾ ਆ। ਉਸ ਤੋਂ ਬਾਅਦ ਇਹ ਜਾਂਦਾ ਉੱਥੇ ਫਾਰੂਕੇ ਆਜ਼ਮ ਮਸਜਿਦ। ਜਦੋਂ ਇਹ ਨਮਾਜ਼ ਪੜ੍ਹਨ ਤੇ ਉਧਰੋਂ ਸ਼ਹਿਜ਼ਾਨ ਜਿਹੜਾ ਉਹ ਮੋਟਰਸਾਈਕਲ ਤੇ ਆਂਦਾ ਤੇ ਇਹਨੂੰ ਗੋਲੀਆਂ ਮਾਰ ਕੇ ਦੌੜ ਜਾਂਦਾ ਤੇ ਫਿਰ ਰੌਲਾ ਬਣ ਜਾਂਦਾ। ਜਿਸ ਵੇਲੇ ਪੁਲਿਸ ਫਿਰ ਤਫਤੀਸ਼ ਕਰਦੀ ਆ, ਇਸ ਦੀ ਤਹਿ ਤੱਕ ਪਹੁੰਚਦੀ ਆ ਤੇ ਪੁਲਿਸ ਜਿਹੜੀ ਆ ਫਿਰ ਸ਼ਹਿਜ਼ਾਨ ਨੂੰ ਪਕੜ ਲੈਂਦੀ ਆ। ਜਦੋਂ ਸ਼ਹਿਜ਼ਾਨ ਕੋਲੋਂ ਤਫਤੀਸ਼ ਕੀਤੀ ਗਈ ਕਿ ਤੇਰੇ ਨਾਲ ਦੂਸਰਾ ਬੰਦਾ ਕੌਣ ਸੀ, ਪਤਾ ਲੱਗਾ ਕਿ ਸ਼ਹਿਜ਼ਾਨ ਦੇ ਨਾਲ ਦੂਸਰਾ ਬੰਦਾ ਜਿਹੜਾ ਸੀ ਉਹ ਸਦਫ ਦਾ ਭਾਈ ਜਬਰਾਨ ਸੀ। ਉਹ ਵੀ ਇਸ ਮਾਮਲੇ ਦੇ ਵਿੱਚ ਮੁਲਵਸ ਨਿਕਲਿਆ। ਸਦਫ ਨੇ ਆਪਣੇ ਭਰਾ ਨੂੰ ਕਿਹਾ ਸੀ ਕਿ ਮੈਂ ਜਿੱਥੇ ਸ਼ਾਦੀ ਕੀਤੀ ਆ ਰਿਹਾਨ ਨਾਲ, ਉਹ ਮੈਨੂੰ ਬਹੁਤ ਕੁੱਟਦਾ ਮਾਰਦਾ, ਮੈਂ ਉਹਦੇ ਕੋਲੋਂ ਤਲਾਕ ਲੈਣੀ ਆ। ਤੇ ਜਬਰਾਨ ਨੇ ਵਿੱਚ ਸ਼ਾਮਲ ਹੋ ਕੇ ਇਹਨੂੰ ਠਿਕਾਣੇ ਲਾਉਣ ਦਾ ਫੈਸਲਾ ਕੀਤਾ ਰਿਹਾਨ ਦਾ। ਯਾਨੀ ਤੁਸੀਂ ਇਹ ਦੇ ਲਓ ਭਰਾ ਵੀ ਵਿੱਚ ਮੁਲਵਸ ਨਿਕਲਿਆ। ਉਸ ਤੋਂ ਬਾਅਦ ਪਤਾ ਲੱਗਾ ਕਿ ਇਹਨਾਂ ਦੀ ਮਾਂ ਜਿਹੜੀ ਆ ਫਾਤਮਾ, ਉਹ ਵੀ ਵਿੱਚ ਮੁਲਵਸ ਨਿਕਲੀ ਆ ਇਹਨੂੰ ਮਾਰਨੇ ਵਾਸਤੇ ਰਿਹਾਨ ਨੂੰ। ਰਿਹਾਨ ਜਿਹੜਾ ਇੱਕ 35 ਸਾਲਾ ਨੌਜਵਾਨ ਸੀ, ਉਹਦੀ ਜ਼ਿੰਦਗੀ ਦਾ ਇਹਨਾਂ ਨੇ ਸਾਰਿਆਂ ਨੇ ਰਲ ਕੇ ਖਾਤਮਾ ਕਰ ਦਿੱਤਾ। ਇਹ ਕੰਮ ਬਹੁਤ ਗਲਤ ਕੀਤਾ ਬਈ। ਅਗਰ ਤੂੰ ਸ਼ਹਿਜ਼ਾਨ ਦੇ ਨਾਲ ਸ਼ਾਦੀ ਕਰਾਣੀ ਆ, ਵਿੱਚ ਮਾਂ ਵੀ ਫਾਤਮਾ ਮੁਲਵਸ ਆ, ਭਰਾ ਜਬਰਾਨ ਵੀ ਮੁਲਵਸ ਆ, ਤਾਂ ਤੁਸੀਂ ਤਲਾਕ ਲੈ ਲਓ ਰਿਹਾਨ ਕੋਲੋਂ। ਤਲਾਕ ਲੈ ਕੇ ਸ਼ਹਿਜ਼ਾਨ ਦੇ ਨਾਲ ਸ਼ਾਦੀ ਕਰ ਲਓ। ਹੁਣ ਸ਼ਹਿਜ਼ਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਜਬਰਾਨ ਨੂੰ ਵੀ ਕਰ ਲਿਆ ਤੇ ਮਾਂ ਵੀ ਕਹਿੰਦੇ ਵਿੱਚ ਮੁਲਵਸ ਆ, ਉਹਨੂੰ ਵੀ ਗ੍ਰਿਫਤਾਰ ਕਰ ਲਿਆ। ਲੇਕਿਨ ਮਾਂ ਕਹਿੰਦੀ ਆ ਕਿ ਮੈਂ ਬੇਗੁਨਾਹ ਆ। ਇਸ ਵੀਡੀਓ ਦੇ ਬਾਰੇ ਦੇ ਵਿੱਚ ਤੁਸੀਂ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਔਰ ਨਾਲ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ। ਅਗਰ ਇਹ ਵੀਡੀਓ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫॉलो ਜ਼ਰੂਰ ਕਰ ਲੈਣਾ। ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ। अस्सलामु अलैकुम व रहमतुल्लाहि व बरकातुहू।